TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਲਾਰੈਂਸ ਬਿਸ਼ਨੋਈ ਨੇ ਖੋਲ੍ਹਿਆ ਮੂੰਹ, ਇੱਕ ਹੋਰ ਗੈਂਗਸਟਰ ਦਾ ਨਾਮ ਦੱਸਿਆ, ਸਾਹਮਣੇ ਬਿਠਾਲ ਕੇ ਹੋਵੇਗੀ ਪੁੱਛਗਿੱਛ। ਸ਼ਾਰਪ ਸ਼ੂਟਰ ਮੋਨੂ ਡਾਗਰ ਅਤੇ ਲਾਰੈਂਸ ਬਿਸ਼ਨੋਈ ਨੂੰ ਵੀ ਸਾਹਮਣੇ ਬਿਠਾਲ ਕੇ ਕਰਨਗੇ ਪੁੱਛਗਿੱਛ। ਮੂਸੇਵਾਲਾ ਦੇ ਫੋਨ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਵੱਡਾ ਖੁਲਾਸਾ। ਪਵਨ, ਮੋਨੂ ਤੇ ਨਸੀਬ ਦਾ 7 ਦਿਨਾਂ ਦਾ ਰਿਮਾਂਡ ਹੋਇਆ ਮਨਜ਼ੂਰ ਅਤੇ ਪੰਜਾਬ ਦੇ ਕਈ ਦਰਜਨ ਕਾਂਗਰਸੀ ਆਗੂਆਂ ਤੇ ਵਿਜੀਲੈਂਸ ਦੀ ਲਟਕੀ ਤਲਵਾਰ। ਦੋਸਤੋ, ਇਹ ਜਾਣਕਾਰੀਆਂ ਵਿਸਥਾਰ ਦੇ ਨਾਲ ਵਿਚਾਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਪਹਿਲਾਂ ਤਾਂ ਬੇਨਤੀ ਇਹ ਹੈ ਕਿ ਕਿਰਪਾ ਕਰਕੇ ਪ੍ਰੋਗਰਾਮ ਤਸੱਲੀ ਨਾਲ ਵੇਖ ਲੈਣਾ, ਸੁਣ ਲੈਣਾ। ਜੇ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੀਸਰੀ ਬੇਨਤੀ ਇਹ ਹੈ ਕਿ 2 ਦਿਨ ਪਹਿਲਾਂ ਅਸੀਂ ਸਟਾਰ ਰੈਕਡਸ ਦੇ ਉੱਤੇ ਇੱਕ ਬਿਲਕੁਲ ਨਵਾਂ ਦੁਗਾਣਾ ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀਆਂ ਆਵਾਜ਼ਾਂ ਵਿੱਚ ਲੋਕ ਤੱਥ ਹੈ ਖੱਬੀ ਖਾਨ ਉਹ ਪੇਸ਼ ਕਰ ਦਿੱਤਾ ਹੈ। ਵੇਖ ਸੁਣ ਲੈਣਾ। ਜੇ ਚੰਗਾ ਲੱਗਿਆ ਤਾਂ ਕੀਮਤੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਜੇਕਰ ਸੱਚਮੁੱਚ ਸਾਫ਼ ਸੁਥਰੀ ਗਾਇਕੀ, ਗੀਤਕਾਰੀ ਅਤੇ ਫਿਲਮਾਂਕਣ ਨੂੰ ਪਸੰਦ ਕਰਦੇ ਹੋ ਤਾਂ ਮੈਂ ਉਮੀਦ ਨਾਲ ਆਖ ਸਕਦਾ ਕਿ ਤੁਹਾਨੂੰ ਉਹ ਚੰਗਾ ਲੱਗੂਗਾ। ਤੇ ਆਓ ਹੁਣ ਵਿਸਥਾਰ ਦੇ ਨਾਲ ਇਹਨਾਂ ਸਾਰਿਆਂ ਮਸਲਿਆਂ ਦੇ ਉੱਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਬੀਤੀ 29 ਤਰੀਕ ਤੋਂ ਸਭ ਤੋਂ ਵੱਧ ਚਰਚਿਤ ਖਬਰ ਹੈ ਸਿੱਧੂ ਮੂਸੇਵਾਲਾ ਦਾ ਕਤਲ। ਹਰ ਕੋਈ ਵਿਅਕਤੀ, ਇਨਸਾਫ ਪਸੰਦ ਲੋਕ ਚਾਹੁੰਦੇ ਹੈ ਕਿ ਕਾਤਲ ਫੜੇ ਜਾਣ, ਪਰਿਵਾਰ ਨੂੰ ਇਨਸਾਫ ਮਿਲੇ। ਪਰ ਹੁਣ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਇੱਕ ਗੈਂਗਸਟਰ ਬਣਦਾ ਹੈ। ਗੋਲਡੀ ਬਰਾੜ ਦਾ ਜੀਜਾ ਤੇ ਨਾਮ ਹੈ ਉਹਦਾ ਗੋਰਾ। ਪੰਜਾਬ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਲਿਆ। ਜਾਣਕਾਰੀ ਮਿਲੀ ਹੈ ਕਿ ਉਸ ਨੂੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਤੇ ਫਿਰ ਉਹਨੂੰ ਖਰੜ CIA ਸਟਾਫ ਪਹੁੰਚਾ ਦਿੱਤਾ ਗਿਆ। ਸੂਤਰਾਂ ਦੇ ਅਨੁਸਾਰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋਈ। ਪੁੱਛਗਿੱਛ ਦੇ ਦੌਰਾਨ ਉਹਨੇ ਗੋਰਾ ਅਤੇ ਉਸ ਦੇ ਇੱਕ ਸਾਥੀ ਨੀਰਜ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਲਿਆ ਗਿਆ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਰਿਮਾਂਡ ਮਿਲਿਆ। ਸੂਤਰਾਂ ਦਾ ਕਹਿਣਾ ਇਹ ਹੈ ਕਿ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦਾ ਜੀਜਾ ਗੋਰਾ ਇੱਕ ਹੱਤਿਆ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਸੀ। ਹਾਲਾਂਕਿ ਪੁਲਿਸ ਅਧਿਕਾਰੀ ਖੁੱਲ੍ਹ ਕੇ ਭਾਵੇਂ ਕੁਝ ਨਹੀਂ ਦੱਸ ਰਹੇ, ਪਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਦੇ ਅਨੁਸਾਰ ਪੁਲਿਸ ਕੋਲ ਇਸ ਗੱਲ ਦੀ ਸੂਚਨਾ ਸੀ ਕਿ ਗੋਰਾ ਅਤੇ ਨੀਰਜ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਾਰੀ ਯੋਜਨਾ ਦਾ ਪਤਾ ਸੀ। ਦੋਵੇਂ ਜਾਣਦੇ ਸੀ ਕਿ ਹੱਤਿਆ ਕਿਵੇਂ ਕਰਨੀ ਹੈ ਅਤੇ ਉਹ ਸਾਰੀ ਸਾਰੀ ਯੋਜਨਾ ਕਿਵੇਂ ਤਿਆਰ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੀ ਕੈਨੇਡਾ ਤੋਂ ਆਪਣੇ ਜੀਜੇ ਗੋਰੇ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੀ ਭੂਮਿਕਾ ਵੀ ਇਸ ਵਕਤ ਇਹਨਾਂ ਦੀ ਉਹਦੇ ਵਿੱਚ ਹੈ ਜਾਂ ਨਹੀਂ, ਉਹ ਵੀ ਸ਼ੱਕ ਦੇ ਘੇਰੇ 'ਚ ਹੈ। ਤੇ ਹੁਣ ਇਹਦੇ ਤੋਂ ਜਿਹੜੀ ਅਗਲੀ ਜਾਣਕਾਰੀ ਮਿਲੀ ਆ ਉਹ ਇਹ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਜਦੋਂ ਪੁੱਛਗਿੱਛ ਕਰ ਰਹੀ ਸੀ ਤਾਂ ਉਹਨਾਂ ਨੂੰ ਇੱਕ ਅਹਿਮ ਸੁਰਾਗ ਮਿਲ ਗਿਆ। ਉਹਦੇ ਤਹਿਤ ਹੀ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚੋਂ ਗੁਰਪ੍ਰੀਤ ਉਰਫ ਗੋਰਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਖਰੜ ਲਿਆਂਦਾ ਗਿਆ। ਹੁਣ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਗੋਰਾ ਵੀ ਖਰੜ ਤੇ ਲਾਰੈਂਸ ਬਿਸ਼ਨੋਈ ਵੀ ਖਰੜ, ਦੋਵਾਂ ਨੂੰ ਆਮੋ ਸਾਹਮਣੇ ਬਿਠਾਲ ਕੇ ਪੁੱਛਗਿੱਛ ਕੀਤੀ ਜਾਣੀ ਹੈ। ਤੇ ਜਾਂਚ ਦੇ ਦੌਰਾਨ ਇੱਕ ਹੋਰ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਮੂਸੇਵਾਲੇ ਦਾ ਕਤਲ ਜਦੋਂ ਹੋਇਆ ਉਹਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ ਸੀ ਉਹ ਕਿੱਥੇ ਲੁਕੋਏ ਨੇ। ਹਥਿਆਰਾਂ ਦੇ ਬਾਬਤ ਜਾਣਕਾਰੀ ਇਹ ਮਿਲੀ ਹੈ ਕਿ ਉਹ ਮਾਨਸਾ ਤੋਂ ਹਰਿਆਣਾ ਵਾਲੇ ਪਾਸੇ ਪੰਜਾਬ ਹਰਿਆਣਾ ਦੀ ਸਰਹੱਦ ਤੇ ਜ਼ਮੀਨ ਦੇ ਵਿੱਚ ਦੱਬ ਦਿੱਤੇ ਗਏ ਸੀ। ਇਸ ਕਤਲकांड ਨਾਲ ਸੰਬੰਧਿਤ ਗ੍ਰਿਫਤਾਰ ਕੀਤੇ ਗਏ ਪਵਨ ਬਿਸ਼ਨੋਈ, ਜੀ ਹਾਂ ਪਵਨ ਬਿਸ਼ਨੋਈ ਅਤੇ ਨਸੀਮ ਖਾਨ ਤੋਂ ਮਾਨਸਾ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਕਿਸੇ ਥਾਂ ਤੇ ਦੱਬੇ ਹੋਏ ਨੇ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਜਿਹੜੇ ਹਥਿਆਰ ਨੇ ਜਲਦ ਬਰਾਮਦ ਕੀਤੇ ਜਾ ਸਕਦੇ ਹੈ। ਹੁਣ ਤੁਹਾਨੂੰ ਸ਼ਾਇਦ ਜੇ ਯਾਦ ਨਾ ਹੋਵੇ ਤਾਂ ਮੈਂ ਤੁਹਾਨੂੰ ਯਾਦ ਕਰਵਾਉਣਾ ਹੈ। ਕੁਝ ਕੁ ਦਿਨ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਇੱਕ ਵਿਅਕਤੀ ਸਾਬਕਾ ਫੌਜੀ ਹੈ ਜਿਹੜਾ ਕੁਝ ਗੈਂਗਸਟਰਾਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਹੈ, ਜਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ A ਅਤੇ B 2 ਪਲਾਨ ਲੈ ਕੇ ਚੱਲਿਆ ਜਾਂਦਾ ਹੈ ਜਦੋਂ ਵੀ ਕੋਈ ਕਤਲकांड ਕੀਤਾ ਜਾਂਦਾ ਹੈ। ਫਿਰ ਹਥਿਆਰ 3 ਤੋਂ 7 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਿਤੇ ਦੱਬ ਦਿੱਤੇ ਜਾਂਦੇ ਨੇ
ਅਤੇ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਉੱਥੋਂ ਕੱਢ ਲਿਆ ਜਾਂਦਾ ਹੈ। ਉਹਨੇ ਇਹ ਵੀ ਦੱਸਿਆ ਸੀ ਕਿ ਵੱਧ ਤੋਂ ਵੱਧ 5 ਤੋਂ 10 ਕਿਲੋਮੀਟਰ ਤੱਕ ਹੀ ਉਹ ਜਿਹੜੇ ਸ਼ਾਰਪ ਸ਼ੂਟਰ ਹੁੰਦੇ ਨੇ ਆਪਣੀਆਂ ਗੱਡੀਆਂ ਵਿੱਚ ਜਾਂਦੇ ਨੇ। ਉੱਥੋਂ ਫਿਰ ਉਹ ਬੱਸ ਜੇ ਨੇੜੇ ਰੇਲਵੇ ਹੋਵੇ ਤਾਂ ਉਹਦਾ ਇਸਤੇਮਾਲ ਕਰਦੇ ਨੇ। ਆਹ ਤਕਰੀਬਨ ਉਸ ਥਿਊਰੀ ਨੂੰ ਸਾਹਮਣੇ ਰੱਖ ਕੇ ਸਾਰਾ ਕੁਝ ਨਿਕਲਦਾ ਆ ਰਿਹਾ ਕਿ ਹਥਿਆਰ ਦੱਬੇ ਹੋਏ ਨੇ। ਔਰ ਹੁਣ ਉਹ ਦੱਬੇ ਹੋਏ ਬਰਾਮਦ ਹੁੰਦੇ ਨੇ ਜਾਂ ਨਹੀਂ, ਉਮੀਦ ਹੈ ਕਿ ਜਲਦ ਹਥਿਆਰਾਂ ਦੀ ਬਰਾਮਦਗੀ ਹੋ ਜਾਏਗੀ। ਪਰ ਜੇ ਲਾਰੈਂਸ ਬਿਸ਼ਨੋਈ ਦੇ ਪੰਜਾਬ ਲਿਆਉਣ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਹੋ ਗਈ ਤਾਂ ਸਮਝੋ ਸਾਰਾ ਕੇਸ ਖੁੱਲ੍ਹ ਜਾਣਾ ਹੈ। ਫਿਰ ਪਤਾ ਲੱਗ ਜੂ ਕਿ ਜੇ ਉਹਨੂੰ ਇਸ ਗੱਲ ਦਾ ਇਲਮ ਹੈ ਜਾਂ ਉਹਦੇ ਨਾਲ ਦੇ ਜਿਹੜੇ ਕਰਿੰਦੇ ਨੇ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਇਸ ਗੱਲ ਦਾ ਇਲਮ ਹੈ ਕਿ ਹਥਿਆਰ ਕਿੱਥੇ ਦੱਬੇ ਹੋਏ ਨੇ, ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਸ਼ਾਰਪ ਸ਼ੂਟਰ ਕੌਣ ਸੀ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਵੱਡੇ ਖੁਲਾਸੇ ਹੋਣਗੇ। ਜਿਸ ਤਰ੍ਹਾਂ ਗੋਰੇ ਤੋਂ ਅਤੇ ਲਾਰੈਂਸ ਬਿਸ਼ਨੋਈ ਤੋਂ ਆਮੋ ਸਾਹਮਣੇ ਬਿਠਾਲ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਪੁਲਿਸ, ਇਸੇ ਤਰ੍ਹਾਂ ਖਬਰ ਮਿਲੀ ਕਿ ਪੰਜਾਬ ਪੁਲਿਸ ਦੀ ਟੀਮ ਬੁੱਧਵਾਰ ਨੂੰ ਸਵੇਰ ਦਾ ਵੇਲਾ ਸੀ CIA ਸਟਾਫ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਖਰੜ ਲੈ ਕੇ ਚਲੇ ਗਈ ਸੀ। ਬਿਸ਼ਨੋਈ ਤੋਂ CI ਦਫ਼ਤਰ ਦੇ ਵਿੱਚ ਤਕਰੀਬਨ ਕਹਿੰਦੇ 2.5 ਘੰਟਿਆਂ ਤੱਕ ਪੁੱਛਗਿੱਛ ਕੀਤੀ। ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਉਸਦੇ ਮੁੱਖ ਸ਼ਾਰਪ ਸ਼ੂਟਰ ਮੋਨੂ ਡਾਗਰ ਦੇ ਸਾਹਮਣੇ ਬਿਠਾਲ ਕੇ ਪੁੱਛਗਿੱਛ ਕੀਤੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਮੋਗਾ ਜੇਲ੍ਹ ਤੋਂ ਪੰਜਾਬ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਮੋਨੂ ਡਾਗਰ CIA ਸਟਾਫ ਖਰੜ ਦੇ ਵਿੱਚ ਮੰਗਲਵਾਰ ਦੀ ਰਾਤ ਮੋਹਾਲੀ ਪੁਲਿਸ ਕੋਲ ਲਿਆਂਦਾ ਗਿਆ ਸੀ ਤਾਂ ਜੋ ਉਧਰੋਂ ਲਾਰੈਂਸ ਨੂੰ ਲੈ ਕੇ ਆਉਣਾ ਸੀ ਤਾਂ ਕਿ ਦੋਵਾਂ ਨੂੰ ਆਮੋ ਸਾਹਮਣੇ ਬਿਠਾਲ ਕੇ ਪੁੱਛਗਿੱਛ ਕਰ ਲਈ ਜਾਵੇ। ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਬੀਤੇ ਦਿਨੀ ਰਿਮਾਂਡ ਹਾਸਲ ਕੀਤਾ ਸੀ। ਉਹਦੇ ਤੋਂ ਬਾਅਦ ਪੁਲਿਸ ਫਿਰ ਲਾਰੈਂਸ ਬਿਸ਼ਨੋਈ ਨੂੰ ਵੀ CIA ਸਟਾਫ ਖਰੜ ਲੈ ਆਈ ਸੀ। ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫੈਨ ਵੱਡੀ ਗਿਣਤੀ 'ਚ ਨੇ, ਜਿਸ ਕਰਕੇ ਲਾਰੈਂਸ ਦੀ ਜਾਨ ਨੂੰ ਉੱਥੇ ਖਤਰਾ ਸੀ। DSP ਵਿਕਰਮ ਬਰਾੜ, ਮਾਨਸਾ ਦੇ DSP ਹਿਮੰਤ ਸ਼ਰਮਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਲਾਰੈਂਸ ਬਿਸ਼ਨੋਈ ਅਤੇ ਮੋਨੂ ਡਾਗਰ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ ਕਹਿੰਦੇ ਆ ਕਿ 2.5 ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ। ਪਰ ਇਹ ਵੀ ਦੱਸਿਆ ਕਿ ਸਵਾਲਾਂ ਦੇ ਜਵਾਬ ਬਹੁਤੇ ਗੋਲ-ਮੋਲ ਦਿੱਤੇ ਉਹਨਾਂ ਨੇ। ਉਹਨਾਂ ਦੇ ਜਿਹੜੇ ਜਵਾਬ ਸੀ ਉਹਨਾਂ ਤੋਂ ਕੋਈ ਤਸੱਲੀ ਜਾਂ ਸੰਤੁਸ਼ਟੀ ਪੁਲਿਸ ਨੇ ਨਹੀਂ ਪ੍ਰਗਟਾਈ। ਪੁੱਛ ਪੜਤਾਲ ਦੇ ਦੌਰਾਨ ਜਿਹੜੇ ਸਵਾਲ ਪੁੱਛੇ ਗਏ ਆ ਉਹਨਾਂ ਵਿੱਚ ਕਹਿੰਦੇ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਮੂਸੇਵਾਲੇ ਨਾਲ ਇਹ ਤਾਂ ਦੱਸੋ ਤੁਸੀਂ ਕਤਲ ਦੀ ਜ਼ਿੰਮੇਵਾਰੀ ਤਾਂ ਲੈ ਲਈ, ਕਿ ਤੁਹਾਡੀ ਦੁਸ਼ਮਣੀ ਕੀ ਸੀ। ਦੂਜਾ ਸਵਾਲ ਇਹ ਸੀ ਕਿ ਜੇਲ੍ਹ ਦੇ ਵਿੱਚ ਬੈਠ ਕੇ ਕਤਲ ਦੀ ਯੋਜਨਾ ਤੁਸੀਂ ਘੜੀ ਕਿਵੇਂ। ਫਿਰ ਇਹ ਵੀ ਪੁੱਛਿਆ ਗਿਆ ਕਿ ਉਸ ਕਤਲ ਕਾਂਡ ਦੇ ਵਿੱਚ ਸ਼ਾਮਲ ਸ਼ੂਟਰਾਂ ਦੀ ਗਿਣਤੀ ਕਿੰਨੀ ਸੀ, ਉਹਨਾਂ ਦੇ ਪਤੇ ਟਿਕਾਣੇ ਕੀ ਸੀ, ਉਹ ਕੌਣ ਸਨ, ਉਹਨਾਂ ਵੱਲੋਂ ਵਰਤੇ ਗਏ ਹਥਿਆਰ ਕਿੱਥੋਂ ਆਏ, ਕਿਹਨੇ ਮੁਹੱਈਆ ਕਰਵਾਏ। ਵਿਸ਼ੇਸ਼ ਤੌਰ ਤੇ ਰੂਸੀ ਰਾਈਫਲ AN-94 ਦੇ ਬਾਬਤ ਵੀ ਪੁੱਛਿਆ ਜਾ ਰਿਹਾ ਹੈ। ਤੇ ਇੱਧਰ ਗੋਲਡੀ ਬਰਾੜ ਦੇ ਨਾਲ ਤੁਹਾਡੇ ਸਬੰਧਾਂ ਦਾ ਦੱਸੋ, ਕਤਲ ਦੀ ਸਾਜ਼ਿਸ਼ ਲਈ ਤੁਸੀਂ ਇੱਕ ਦੂਸਰੇ ਨਾਲ ਸੰਪਰਕ ਕਿਵੇਂ ਕੀਤਾ, ਕਿਹੜਾ ਸਿਸਟਮ ਵਰਤਿਆ। ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਦੋਂ ਤੋਂ ਪ੍ਰਾਪਤ ਕਰਨਾ ਚਾਹੁੰਦੀ ਹੈ ਪੁਲਿਸ। ਹੁਣ ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਲਾਰੈਂਸ ਬਿਸ਼ਨੋਈ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਿਆ ਜਾਣਾ, ਬਲਕਿ ਉਸ ਨੂੰ ਵੱਖ-ਵੱਖ ਥਾਵਾਂ ਤੇ ਤਬਦੀਲ ਕੀਤਾ ਜਾਂਦਾ ਰਹੇਗਾ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਉਹਦੇ ਕੋਲੋਂ ਪੁੱਛ ਪੜਤਾਲ ਲਗਾਤਾਰ ਜਾਰੀ ਰਹੇਗੀ। ਇਹ ਵੀ ਪਤਾ ਲੱਗਿਆ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਬਿਸ਼ਨੋਈ ਤੋਂ ਕੀਤੀ ਪੁੱਛ ਪੜਤਾਲ ਦੇ ਦੌਰਾਨ ਕੁਝ ਅਹਿਮ ਜਾਣਕਾਰੀਆਂ ਮਿਲ ਗਈਆਂ ਨੇ। ਮੋਨੂ ਡਾਗਰ CIA ਸਟਾਫ ਖਰੜ ਲਿਆਂਦਾ ਗਿਆ, ਕਿਸੇ ਨੂੰ ਉਹਦਾ ਵੀ ਕੰਨੋ ਕੰਨੀ ਖਬਰ ਨਹੀਂ ਹੋਣ ਦਿੱਤੀ। 2.5 ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਨੇ CIA ਦੇ ਬਾਹਰ ਖੜੇ ਮੀਡੀਆ ਦਾ ਧਿਆਨ ਭਟਕਾਉਣਾ ਚਾਹਿਆ, ਕਿਉਂਕਿ ਪਤਾ ਲੱਗ ਗਿਆ ਸੀ ਕਿ ਇੱਥੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। 3 ਕਾਫਲੇ ਬਣਾ ਦਿੱਤੇ ਗਏ, ਵੱਡੇ ਹਿੱਸੇ ਸੀ। ਜਦੋਂ ਕਿ ਲਾਰੈਂਸ ਨੂੰ ਜਿਸ ਬੁਲਟ ਪ੍ਰੂਫ ਗੱਡੀ ਵਿੱਚ ਲਿਆਂਦਾ ਗਿਆ ਸੀ ਉਹ ਇਕੱਲੀ ਰਹਿ ਗਈ। ਦੱਸਿਆ ਜਾ ਰਿਹਾ ਹੈ ਕਿ ਕਾਫਲੇ ਦੇ ਵਿੱਚ 34 ਗੱਡੀਆਂ ਸੀ। ਮੋਨੂ ਡਾਗਰ ਨੂੰ ਇੱਕ ਕਾਰ ਦੇ ਵਿੱਚ ਬਿਠਾ ਕੇ CIA ਦੀਆਂ ਗੱਡੀਆਂ ਦਾ ਕਾਫਲਾ ਭੇਜ ਦਿੱਤਾ ਗਿਆ। ਅੱਗੇ ਚੱਲ ਕੇ ਫਿਰ ਉਹਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਤੇ ਵੱਖੋ-ਵੱਖ ਦਿਸ਼ਾਵਾਂ ਦੇ ਵਿੱਚ ਭੇਜ ਦਿੱਤਾ ਗਿਆ। ਮੋਨੂ ਡਾਗਰ ਨੂੰ ਜਿਸ ਗੱਡੀ ਦੇ ਵਿੱਚ ਭੇਜਿਆ ਗਿਆ ਸੀ ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮੌਜੂਦਗੀ ਬਾਰੇ ਅਫਵਾਹ ਫੈਲਾ ਦਿੱਤੀ ਗਈ ਕਿ ਉਹ ਵੀ ਉਹਦੇ ਨਾਲ ਹੀ ਬਿਠਾ ਦਿੱਤਾ ਤਾਂ ਕਿ ਲੋਕਾਂ ਦਾ, ਮੀਡੀਆ ਦਾ ਧਿਆਨ ਉੱਥੋਂ ਹਟ ਜਾਵੇ। ਉਹਦੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਹੋਰ ਗੱਡੀਆਂ 'ਚ ਗੁਪਤ ਟਿਕਾਣੇ ਤੇ ਕਹਿੰਦੇ ਭੇਜਿਆ ਗਿਆ। ਪਰ ਕੁਝ ਕੁ ਲੋਕ ਤਾਂ ਇਹ ਵੀ ਦੱਸਦੇ ਹੈ ਕਿ ਲਾਰੈਂਸ ਜਿਸ ਵਕਤ ਮੀਡੀਆ ਨੂੰ ਇਹ ਦੱਸਿਆ ਗਿਆ ਕਿ ਇੱਥੋਂ ਚਲਾ ਗਿਆ, ਇੱਕ ਕਾਫਲਾ ਮਾਨਸੇ ਵੱਲ ਭੇਜ ਦਿੱਤਾ ਗਿਆ,
ਇੱਕ ਕਾਫਲਾ ਹੁਸ਼ਿਆਰਪੁਰ ਵੱਲ ਭੇਜ ਦਿੱਤਾ ਗਿਆ, ਪਰ ਕਹਿੰਦੇ ਲਾਰੈਂਸ ਉਹਨਾਂ ਵਿੱਚੋਂ ਕਿਸੇ ਗੱਡੀ 'ਚ ਵੀ ਨਹੀਂ ਸੀ। ਉਹ CIA ਸਟਾਫ ਖਰੜ ਦੇ ਵਿੱਚ ਹੀ ਮੌਜੂਦ ਸੀ, ਕਿਉਂਕਿ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਬੜੀ ਲਾਜ਼ਮੀ ਹੈ। ਹੁਣ ਲਾਰੈਂਸ ਦਾ ਸ਼ਾਰਪ ਸ਼ੂਟਰ ਹੈ ਮੋਨੂ ਡਾਗਰ। ਮੋਨੂ ਡਾਗਰ ਕੌਣ ਹੈ? ਥੋੜੀ ਜਿਹੀ ਸੰਖੇਪ 'ਚ ਜਾਣਕਾਰੀ ਮੈਂ ਤੁਹਾਨੂੰ ਉਹਦੇ ਬਾਬਤ ਵੀ ਦੇ ਦਿਆਂ। ਸੋਨੀਪਤ ਦੇ ਰਿਵਾਲੀ ਦਾ ਰਹਿਣ ਵਾਲਾ ਗੈਂਗਸਟਰ ਮੋਨੂ ਡਾਗਰ। ਮੋਨੂ ਡਾਗਰ ਲਾਰੈਂਸ ਗਰੁੱਪ ਦਾ ਹੀ ਸ਼ਾਰਪ ਸ਼ੂਟਰ ਹੈ। ਮੋਨੂ ਡਾਗਰ ਨੇ ਗੋਲਡੀ ਬਰਾੜ ਦੇ ਇਸ਼ਾਰੇ ਤੇ ਪ੍ਰਿਆਵਰਤ ਉਰਫ ਫੌਜੀ ਨੂੰ ਕਈ ਸ਼ਾਰਪ ਸ਼ੂਟਰ ਮੁਹੱਈਆ ਕਰਵਾਏ ਸੀ, ਇਕੱਠੇ ਕੀਤੇ, ਉਹਨਾਂ ਨੇ ਉਹ ਟੀਮ ਬਣਾਈ। ਪ੍ਰਿਆਵਰਤ ਉਰਫ ਫੌਜੀ ਮੋਨੂ ਡਾਗਰ ਨਾਲ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਜਾਣਕਾਰੀ ਅਨੁਸਾਰ ਫੌਜੀ ਅਤੇ ਅੰਕਿਤ ਸੇਰਸਾ ਨੇ ਮੂਸੇਵਾਲਾ ਕਤਲकांड ਨੂੰ ਇਸ ਵਿਅਕਤੀ ਦੇ ਭਾਵ ਮੋਨੂ ਡਾਗਰ ਦੇ ਇਸ਼ਾਰੇ ਤੇ ਅੰਜਾਮ ਦਿੱਤਾ ਹੈ। ਬਿਸ਼ਨੋਈ ਲਈ ਸੁਰੱਖਿਆ ਪ੍ਰਬੰਧਾਂ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਹੋਇਆ ਸੀ। ਖਰੜ ਉਹਨੂੰ ਲਿਆਂਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ, ਉੱਥੇ ਵੀ 4 ਚੁਫੇਰੇ ਬਹੁਤ ਪੁਖਤਾ ਤੇ ਸਖਤ ਪ੍ਰਬੰਧ ਕੀਤੇ ਹੋਏ ਸੀ। ਪੁਲਿਸ ਦੀ ਬਹੁਤ ਭਾਰੀ ਮੌਜੂਦਗੀ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਵੀ ਹੋ ਸਕਦਾ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕੁਝ ਇੱਕ ਜਿਹੜੇ ਲਾਰੈਂਸ ਬਿਸ਼ਨੋਈ ਦੇ ਐਂਟੀ ਗਰੁੱਪ ਨੇ ਉਹਨਾਂ ਨੇ ਧਮਕੀਆਂ ਦਿੱਤੀਆਂ ਸੀ, ਭਾਵੇਂ ਨੀਰ ਜਵਾਨਾ ਹੈ, ਭਾਵੇਂ ਦਵਿੰਦਰ ਬਵੀਹਾ ਗਰੁੱਪ ਹੈ, ਕਿ 2 ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਅਸੀਂ ਸੁੱਟ ਲੈਣਾ। ਭਾਵੇਂ ਕਿ ਗੱਲ ਅੱਜ ਤੱਕ ਉਹ ਬੋਗਸ ਸਾਬਤ ਹੋਈ ਹੈ, ਕਿਉਂਕਿ ਅੱਜ 2 ਹਫ਼ਤਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਪਰ ਹੁਣ ਜਿੱਥੇ ਕਹਿੰਦੇ ਆ ਕਿ ਲਾਰੈਂਸ ਨੇ ਮੂੰਹ ਖੋਲ੍ਹਿਆ ਹੈ, ਜਿਸ ਤੇ ਮੂੰਹ ਖੋਲ੍ਹਣ ਤੋਂ ਬਾਅਦ ਗੋਰਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ, ਸਾਹਮਣੇ ਬਿਠਾਲ ਕੇ ਪੁੱਛਗਿੱਛ ਕੀਤੀ ਗਈ ਹੈ, ਜਿਸ ਦੇ ਵਿੱਚੋਂ ਇਹ ਵੀ ਜਾਣਕਾਰੀਆਂ ਨਿਕਲੀਆਂ ਨੇ ਕਿ ਹਥਿਆਰ ਕਿੱਥੇ ਲੁਕੋਏ ਹੋਏ ਨੇ, ਪਰ ਅਸਲ ਸਟੀਕ ਜਾਣਕਾਰੀ ਨਹੀਂ ਦਿੱਤੀ ਕਿ ਥਾਂ ਕਿਹੜਾ ਹੈ। ਤੇ ਹੁਣ ਮੂਸੇਵਾਲੇ ਦਾ ਫੋਨ ਚੈੱਕ ਕੀਤਾ ਗਿਆ, ਫੋਰੈਂਸਿਕ ਜਾਂਚ ਵਾਸਤੇ ਭੇਜਿਆ ਗਿਆ ਸੀ। ਹੁਣ ਉਸ ਫੋਨ ਦੇ ਵਿੱਚੋਂ ਕੁਝ ਬਹੁਤ ਅਹਿਮ ਜਾਣਕਾਰੀਆਂ ਹੱਥ ਲੱਗ ਗਈਆਂ ਨੇ। ਅਸਲ ਦੇ ਵਿੱਚ ਸਿੱਟ ਨੇ ਮੂਸੇਵਾਲੇ ਦਾ ਫੋਨ ਫੋਰੈਂਸਿਕ ਜਾਂਚ ਵਾਸਤੇ ਭੇਜ ਦਿੱਤਾ ਸੀ, ਤੇ ਉਹਦੇ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਸਿੱਧੂ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ। ਇਸ ਤੱਥ ਦੀ ਪੁਸ਼ਟੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੋਣ ਵਾਲੀ ਪੁੱਛਗਿੱਛ ਵਿੱਚ ਕੀਤੀ ਜਾਏਗੀ। ਪੁਲਿਸ ਉਸ ਨੂੰ ਜੇਲ੍ਹ ਦੇ ਵਿੱਚ ਰਹਿ ਕੇ ਗੈਂਗ ਮੈਂਬਰਾਂ ਤੋਂ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਨ, ਕਤਲ ਅਤੇ ਫਿਰੌਤੀ ਸੰਬੰਧੀ ਯੋਜਨਾਵਾਂ ਬਣਾਉਣ, ਟਾਰਗੇਟ ਚੁਣਨ ਤੋਂ ਲੈ ਕੇ ਵਿਦੇਸ਼ ਦੇ ਵਿੱਚ ਬੈਠੇ ਗੋਲਡੀ ਬਰਾੜ ਵਰਗੇ ਜਿਹੜੇ ਉਹਨਾਂ ਦੇ ਆਪਣੀ ਗੈਂਗ ਦੇ ਮੈਂਬਰ ਨੇ, ਉਹਨਾਂ ਤੱਕ ਸੂਚਨਾਵਾਂ ਪਹੁੰਚਾਉਣ ਦੇ ਪੂਰੇ ਨੈਟਵਰਕ ਦੀ ਜਾਣਕਾਰੀ ਪ੍ਰਾਪਤ ਕਰੂਗੀ। ਤੇ ਹੁਣ ਖਬਰਾਂ ਇਹ ਨੇ ਕਿ ਬਿਸ਼ਨੋਈ ਤੋਂ ਦਰਅਸਲ ਸ਼ੂਟਰਾਂ ਦੀ ਜਾਣਕਾਰੀ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਹੈ, ਤਾਂ ਜੋ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਅਤੇ ਦਾਅਵਿਆਂ ਨੂੰ ਇਸ ਕੇਸ ਦੇ ਨਾਲ ਜੋੜਿਆ ਜਾ ਸਕੇ। ਪਰ ਜਿਹੜਾ ਮੂਸੇਵਾਲੇ ਦਾ ਮੋਬਾਈਲ ਫੋਨ ਹੈ, ਉਹ ਤੋਂ, ਉਹਦੀਆਂ ਕਾਲ ਲੌਗਸ ਤੋਂ, ਉਹਦੇ ਸੋਸ਼ਲ ਮੀਡੀਆ ਲੌਗਸ ਦੇ ਆਧਾਰ ਤੇ ਬਿਸ਼ਨੋਈ ਵੱਲੋਂ ਲਗਾਤਾਰ ਜਿਹੜੀਆਂ ਕਹਿੰਦੇ ਆ ਕਿ ਧਮਕੀਆਂ ਦੀ ਜਾਣਕਾਰੀ ਮਿਲੀ ਹੈ, ਉਹਦੇ ਵਾਸਤੇ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਤੂੰ ਤਾਂ ਕਹਿਣਾ ਹੈ ਕੁਛ ਨਹੀਂ। ਆ ਮੂਸੇਵਾਲੇ ਦੀ ਕਾਲ ਲੌਗ ਤੇ ਸੋਸ਼ਲ ਮੀਡੀਆ ਲੌਗਸ ਕੁਝ ਹੋਰ ਦੱਸ ਰਹੀਆਂ ਨੇ। ਤੇ ਉਧਰ ਹਰਿਆਣਾ ਪੁਲਿਸ ਦੀ ਇੱਕ ਟੀਮ ਨੇ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਮੂਸੇਵਾਲੇ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਸ਼ੂਟਰ ਸੰਤੋਸ਼ ਯਾਦਵ ਅਤੇ ਸੰਦੇਸ਼ ਕਾਬਲੇ ਉਰਫ ਮਹਾਕਾਲ ਦੇ ਕੋਲੋਂ ਵਿਕਰਮ ਬਰਾੜ ਦੇ ਬਾਬਤ ਵੀ ਕਹਿੰਦੇ ਪੁੱਛਗਿੱਛ ਕੀਤੀ ਹੈ। ਇਹ ਜਿਹੜਾ ਵਿਕਰਮ ਬਰਾੜ ਹੈ, ਇਹ ਹਰਿਆਣਾ ਦੇ ਵਿੱਚ ਵੀ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਬਰਾੜ, ਮਹਾਕਾਲ ਤੇ ਯਾਦਵ, ਇਹ ਤਿੰਨੇ ਵੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਹੈ। ਸ਼ੱਕੀਆਂ ਨੇ ਦੱਸਿਆ ਕਿ ਉਹ ਇੰਟਰਨੈਟ ਕਾਲਿੰਗ ਰਾਹੀਂ ਬਰਾੜ ਨਾਲ ਗੱਲਬਾਤ ਕਰਿਆ ਕਰਦੇ ਸੀ, ਪਰ ਇਸ ਸਮੇਂ ਉਹ ਇੱਕ ਦੂਸਰੇ ਦੇ ਸੰਪਰਕ ਵਿੱਚ ਨਹੀਂ ਨੇ। ਹੁਣ ਪਰ ਸਿੱਧੂ ਮੂਸੇਵਾਲੇ ਦੇ ਫੋਨ ਦੇ ਵਿੱਚੋਂ ਜਿਹੜੀਆਂ ਆ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਗਈਆਂ ਨੇ, ਇਹਦਾ ਮਤਲਬ ਸਿੱਧਮ ਸਿੱਧੇ ਤਾਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜੁੜ ਰਹੇ ਨੇ। ਤੇ ਉਮੀਦ ਕਰਦੇ ਹਾਂ ਕਿ 1 ਜਾਂ 2 ਦਿਨਾਂ ਦੀ ਹੋਰ ਪੁੱਛ ਪੜਤਾਲ ਤੋਂ ਬਾਅਦ, ਕੁਝ ਕੁ ਹੋਰ ਅਹਿਮ ਪੁਖਤਾ ਜਾਣਕਾਰੀਆਂ ਮਿਲਣ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਦੇ DGP ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨ, ਕਿਉਂਕਿ ਕਰਨੀ ਬਣਦੀ ਵੀ ਹੈ, ਕਿਉਂਕਿ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ। ਪਰ ਜਦੋਂ DGP ਸਾਹਿਬ ਇਸ ਗੱਲ ਦੇ ਖੁਲਾਸੇ ਕਰਨਗੇ ਕਿ ਉਹਨੇ ਗੋਰੇ ਦਾ ਨਾਮ ਲੈ ਦਿੱਤਾ, ਉਹਨੇ ਹਥਿਆਰ ਦੱਸ ਦਿੱਤੇ, ਉਹਨੇ ਕੌਣ-ਕੌਣ ਭੇਜੇ ਸੀ ਉਹ ਦੱਸ ਦਿੱਤੇ, ਉਸ ਵਕਤ ਤੱਕ ਲੱਗੂਗਾ ਕਿ ਕਾਫੀ ਹੱਦ ਤੱਕ ਇਸ ਕਤਲकांड ਦੀ ਜਿਹੜੀ ਤਸਵੀਰ ਆ ਉਹ ਸਾਫ਼ ਹੋ ਗਈ। ਹੁਣ ਇਸੇ ਕਤਲकांड ਦੇ ਵਿੱਚ ਮਾਨਸਾ ਪੁਲਿਸ ਦੇ ਵੱਲੋਂ ਪਹਿਲਾਂ ਤੋਂ ਹੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਮੋਨੂ ਡਾਗਰ, ਪਵਨ ਤੇ ਨਸੀਬ ਖਾਨ ਨੂੰ ਕੱਲ ਮਾਨਸਾ ਦੀ ਅਦਾਲਤ ਦੇ ਵਿੱਚ ਫਿਰ ਤੋਂ ਪੇਸ਼ ਕੀਤਾ ਗਿਆ।
पेश करके इन्हां तिन्नां दा 7 दिन का फिर रिमांड अदालत तो मंजूर करवा लिया गया है। मानसा पुलिस ने तिन्हां नूं प्रोडक्शन वारंट ते लिया के 15 जून तक का पहला रिमांड हासिल किया होया सी अते इन्हां दे उत्ते मूसेवाले दे कतल कांड दे विच वरती गई बलैरो गड्डी नाल संपर्क दस्से जाते हैं अते संभावना बनी हुई है कि मूसेवाले दे कतल की साजिश हरियाणा दे विच किधरे घड़ी गई है तो उधर मोनू डागर नूं मानसा पुलिस ने फरीदकोट की जेल੍ਹ ਦੇ ਵਿੱਚੋਂ प्रोडक्शन वारंट ਤੇ ਲਿਆਂਦਾ ਸੀ जिस ਦਾ पवन ਤੇ नसीब खान नाल मानसा की अदालत ਦੇ ਵਿੱਚ पुलिस ਦੇ ਵੱਲੋਂ 7 ਦਿਨਾਂ ਦਾ ਭਾਵ 1 ਹਫ਼ਤੇ ਦਾ ਫਿਰ ਤੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਮਾਨਯੋਗ ਅਦਾਲਤ ਨੂੰ ਦੱਸਿਆ ਗਿਆ ਕਿ ਹਾਲੇ ਇਹਨਾਂ ਤਿੰਨਾਂ ਤੋਂ ਅਸੀਂ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਲੈਣੀਆਂ ਨੇ। ਪੁਲਿਸ ਦੀਆਂ ਦਲੀਲਾਂ ਮਾਨਯੋਗ ਅਦਾਲਤ ਨੇ ਮੰਨ ਕੇ ਇਹਨਾਂ ਤਿੰਨਾਂ ਦਾ 7 ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਹੈ। ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਬਿਸ਼ਨੋਈ ਅਤੇ ਗੋਰੇ ਦੇ ਉੱਤੇ। ਕੀ ਸੱਚਮੁੱਚ ਆਉਣ ਵਾਲੇ 24 ਘੰਟੇ ਬਹੁਤ ਅਹਿਮ ਨੇ ਕਿ ਇਹਨਾਂ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਹੁੰਦਾ। ਪਰ ਇਹ ਵੀ ਆਪਣੇ ਆਪ 'ਚ ਵੱਡਾ ਖੁਲਾਸਾ ਹੈ ਕਿ ਮੂਸੇਵਾਲੇ ਦੇ ਫੋਨ ਤੋਂ ਫੋਰੈਂਸਿਕ ਜਾਂਚ ਵਿੱਚ ਕਾਫੀ ਕੁਝ ਪੁਲਿਸ ਦੇ ਹੱਥ ਲੱਗ ਗਿਆ ਹੈ। ਹਥਿਆਰਾਂ ਬਾਬਤ ਪਤਾ ਲੱਗ ਗਿਆ ਕਿ ਕਿੱਥੇ ਲੁਕੋਏ ਹੋਏ ਨੇ ਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਗੋਰਾ ਜਿਹੜਾ ਕਿ ਗੋਲਡੀ ਬਰਾੜ ਦਾ ਜੀਜਾ ਹੈ कि वह इस कतल कांड बारे जानता सी। वेखते हैं कि वह किहो जिहियां जानकारियां होर दिंदा है। तो हुण अगली खबर पंजाब की राजनीति नाल जुड़ी खबर है। पंजाब दे विच इस वक्त आम आदमी पार्टी की सरकार भगवंत मान की अगवाई च चल रही है। मान सरकार कहती है कि असीं भ्रिष्टाचार पंजाब दे विचों खत्म करना है। लगातार भ्रिष्टाचार के खिलाफ हल्ला बोल रहे हैं। तुहानूं याद होना कि उन्होंने अपने कैबिनेट मिनिस्टर डॉक्टर विजय सिंगला नूं भ्रिष्टाचार के दोषों के अधीन गिरफ्तार किया। तो एक वड्डा संकेत सी कि जेकर मेरा अपना मंत्री अंदर जा सकता तो तुसीं किहदे विचारे हो। उहदे तो बाद बीते दिनी साबका जंगलात मंत्री साधू सिंह धर्मसोत, संगत सिंह गिलजियां ते कार्रवाई, फिर भारत भूषण आशू का नाम गूंजण लग्या। तो हुण तां ये गूंज बड़ी दूर तक पैण लग पई है। ये एक नहीं, ये दो नहीं, ये चार नहीं, ये 5 नहीं, ये 7 नहीं। खबरां मिल रही ने कि तकरीबन पंजाब के 3 दर्जन तो वध कांग्रेसी आगू जिन्हां दे विच कुछ साबका मंत्री ने, कुछ साबका ते मौजूदा विधायक ने, कुछ हलका इंचार्ज ने ते ये 3 दर्जन जिहड़े ये आगू ने इन्हां दे उत्ते विजिलेंस की तलवार इस वक्त लटक रही है। किसी वक्त भी पंजाब के लोगों को कोई होर वड्डी खबर मिल सकती है। पंजाब दे विच सत्ता की तब्दीली तो बाद विजिलेंस विभाग के वल्लों जंगलात, खुराक ते सिविल सप्लाई विभाग, ट्रांसपोर्ट विभाग, देहाती विकास ते पंचायत, लोक निर्माण विभाग, सिंचाई विभाग, माइनिंग विभाग, सेहत ते परिवार भलाई विभाग, तकरीबन इन्हां सारे विभागों के विच कांग्रेस सरकार के वेले जिहड़ियां बेनियमियां होईयां ने पंजाब सरकार उन्हां दे बाबत इस वक्त जानकारियां एकत्र कर रही है। जिहड़े इन्हां विभागों के विच अधिकारी, जिहड़े इन्हां विभागों के विच कर्मचारी रहे ने, इत्थों तक कि कुछ IAS ते कुछ होर वड्डे अधिकारी जिहड़े इन्हां दे विच तैनात रहे ने, उन्हां दी भूमिका के बाबत भी घोख पड़ताल की जा रही है। सरकारी पद्धर ते कांग्रेसी आगूआं ते अफसरां दे वल्लों स्रोतां तो वध जिहड़ी जायदाद बनाई गई, आमदन उन्हां दी उन्नी है नहीं सी जिन्नी वो जायदाद कुछ सालों के विच इकट्ठी कर गए है। उन्हां दी जांच शुरू कर दी है। जिहड़ी जानकारी मिली है उहदे अनुसार पंजाब सरकार ने विजिलेंस ब्यूरो के अधिकारियों नूं कांग्रेस सरकार के वेले होईयां वित्ती बेनियमियां नूं घोखण लई, उन्हां दी जांच करन लई कार्रवाई करन दीआं हदायतां चाढ़ दित्तियां ने। विजिलेंस विभाग के वल्लों ठोस जानकारी इकट्ठी की जा रही है। ये जानकारी एकत्र किए जाण तो बाद तकड़े हत्थीं कानूनी कार्रवाई अमल विच लियाउण दे बाबत राजसी हलकिਆਂ ਦੇ ਵਿੱਚ काफ़ी चर्चा है। ਅਤੇ ਇਹ ਵੀ ਖਬਰਾਂ ਨੇ ਕਿ ਕਾਂਗਰਸ ਤੇ ਕੁਝ ਵਿਧਾਇਕ ਰੂਪੋਸ਼ ਹੋ ਰਹੇ ਨੇ। ਕਿਉਂ ਹੋ ਰਹੇ ਨੇ ਇਹ ਤਾਂ ਉਹ ਜਾਣਨਾ। ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਾਬਕਾ ਮੰਤਰੀਆਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਕਾਂਗਰਸ ਅਤੇ ਹੋਰਨਾਂ ਕੁਝ ਪਾਰਟੀਆਂ ਦੇ ਲੋਕ, ਕੁਝ ਸਾਬਕਾ ਮੰਤਰੀ, ਕੁਝ ਸਾਬਕਾ ਵਿਧਾਇਕਾਂ ਦੇ ਵੱਲੋਂ ਦਲ ਬਦਲੇ ਦੀਆਂ ਕਮਸੋਆਂ ਵੀ ਨੇ। ਤੇ ਉਧਰ ਜੇਕਰ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨਜ਼ਰ ਮਾਰੀਏ ਤਾਂ ਭਾਜਪਾ ਦੀ ਜਿਹੜੀ ਇਹ ਆਪਣੀ ਇੱਕ ਨੀਤੀ ਹੈ। ਜਿਹੜੇ ਲੋਕ ਵਿਜੀਲੈਂਸ ਦੇ ਨਿਸ਼ਾਨੇ ਤੇ ਨੇ, ਰਡਾਰ ਤੇ ਨੇ, ਖਾਸ ਕਰਕੇ ਕਾਂਗਰਸ ਪਾਰਟੀ ਵਾਲੇ,
ਉਹਨਾਂ ਦੀ ਸ਼ਮੂਲੀਅਤ ਭਾਜਪਾ ਦੇ ਵਿੱਚ ਕਰਵਾ ਕੇ ਉਹ ਆਪਣਾ ਕੁਨਬਾ ਵੱਡਾ ਕਰਨਾ ਚਾਹੁੰਦੀਆਂ ਨੇ। ਉਹ ਵਿਉਂਤਾਂ ਘੜ ਰਹੇ ਨੇ ਕਿ ਹਾਂ ਆ ਜਾਣ ਜੀ ਆਇਆਂ ਨੂੰ। ਭਾਜਪਾ ਆਗੂਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਪਤਾ ਲੱਗਦਾ ਕਿ ਹਾਲ ਦੀ ਘੜੀ ਉਹਨਾਂ ਦਾ ਜਿਹੜਾ ਮੁੱਖ ਏਜੰਡਾ ਨਾ ਆਪਣਾ ਕੁਨਬਾ ਵੱਡਾ ਕਰਨਾ ਹੈ, ਤਾਂ ਜੋ ਕੌਮੀ ਪੱਧਰ ਤੇ ਇਹ ਦੱਸਿਆ ਜਾ ਸਕੇ ਕਿ ਸਿੱਖ ਆਗੂਆਂ ਨੂੰ ਭਾਜਪਾ ਦਾ ਪੱਲਾ ਫੜਨ ਦੇ ਵਿੱਚ ਕੋਈ ਸੰਕੋਚ ਨਹੀਂ। ਫਿਰ ਲੋਕ ਭਾਜਪਾ ਨੂੰ ਕਿਉਂ ਨਹੀਂ ਪਸੰਦ ਕਰਦੇ? ਆਪ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਸੀ ਜਾਂ ਖਾਮੀਆਂ ਸੀ, ਉਹਨਾਂ ਦੇ ਵਿਰੁੱਧ ਇਸ ਵਕਤ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਆਖਿਆ ਜਾ ਸਕਦਾ ਕਿ ਭਾਜਪਾ ਨੂੰ ਹਰਾਸ ਆ ਰਹੀ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਟਰਾਂਸਪੋਰਟ, ਲੇਬਰ ਤੇ ਹੋਰਨਾਂ ਕੰਮਾਂ ਨਾਲ ਜੁੜੇ ਜਿਹੜੇ ਵਿੱਤੀ ਲੈਣ ਦੇਣ ਦੇ ਮਾਮਲੇ ਨੇ, ਉਹਦੇ ਵਿੱਚ ਕਾਂਗਰਸ ਦੇ ਕਰੀਬ 30 ਆਗੂ ਨੇ ਜਿਨ੍ਹਾਂ ਦੀ ਭੂਮਿਕਾ ਦੇ ਬਾਬਤ ਇਸ ਵਕਤ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਤੇ ਇਸ ਵਿਭਾਗ ਨਾਲ ਸੰਬੰਧਿਤ ਸੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ। ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਭੂਸ਼ਣ ਆਸ਼ੂ ਨੇ ਤਾਂ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਕਿ ਉਹਨੂੰ ਜਾਂਚ ਵਿੱਚ ਵੀ ਸ਼ਾਮਲ ਕੀਤਾ ਜਾਵੇ। ਉਹਦੇ ਖਿਲਾਫ ਜੇਕਰ ਕੋਈ ਵੀ ਕਾਰਵਾਈ ਕੀਤੀ ਜਾਣੀ ਹੈ ਤਾਂ ਉਹਨੂੰ ਘੱਟੋ ਘੱਟ 7 ਦਿਨ ਦਾ ਨੋਟਿਸ ਵੀ ਦਿੱਤਾ ਜਾਵੇ। ਤੇ ਖਬਰਾਂ ਤਾਂ ਹੁਣ ਇਹ ਵੀ ਬਣ ਗਈਆਂ ਨੇ ਕਿ ਕਾਂਗਰਸ ਸਰਕਾਰ ਦੇ ਕਾਲ ਦੇ ਦੌਰਾਨ ਰਾਜਸਥਾਨ ਤੇ ਯੂਪੀ ਆਦਿ ਕਈ ਸੂਬਿਆਂ ਦੇ ਵਿੱਚੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣਾ, ਕੋਵਿਡ ਕਾਲ ਦੇ ਦੌਰਾਨ ਕੁਝ ਜਿਹੜੀਆਂ ਕਿੱਟਾਂ ਉਹਦੀ ਸਪਲਾਈ ਕਰਨੀ, ਬਾਰਦਾਨੇ ਦੀ ਖਰੀਦ ਦੇ ਵਿੱਚ ਗੜਬੜਾਂ, ਇਹਨਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਵੀ ਇਹ ਕਹਿਣਾ ਹੈ ਕਿ ਕਾਂਗਰਸ ਦੀ ਹਕੂਮਤ ਦੇ ਦੌਰਾਨ ਸਿਆਸਤਦਾਨਾਂ ਦੇ ਵੱਲੋਂ ਮਨਮਰਜ਼ੀ ਦੇ ਠੇਕੇਦਾਰ ਨੂੰ ਟੈਂਡਰ ਅਲਾਟ ਕੀਤੇ ਜਾਂਦੇ ਸੀ ਤੇ ਟੈਂਡਰ ਅਲਾਟ ਕਰਨ ਦੇ ਸਮੇਂ ਇੱਕ IAS ਅਧਿਕਾਰੀ ਦੇ ਵੱਲੋਂ ਫਾਈਲਾਂ ਦੇ ਉੱਤੇ ਕੀਤੀਆਂ ਹੋਈਆਂ ਟਿੱਪਣੀਆਂ ਨੂੰ ਵਿਜੀਲੈਂਸ ਦੀ ਜਾਂਚ ਦੇ ਵਿੱਚ ਸਬੂਤ ਦੇ ਵਜੋਂ ਨੱਥੀ ਕੀਤਾ ਜਾ ਰਿਹਾ ਹੈ, ਜਾਂ ਇਹ ਆਖ ਸਕਦਾ ਕਿ ਉਹਨਾਂ ਦੀਆਂ ਕੀਤੀਆਂ ਟਿੱਪਣੀਆਂ ਇਸ ਜਾਂਚ ਦੇ ਵਿੱਚ ਸਹਾਇਕ ਸਿੱਧ ਹੋ ਰਹੀਆਂ ਨੇ। ਤੇ ਇਸੇ ਹੀ ਵਿਭਾਗ ਦੇ ਵਿੱਚ ਤਾਇਨਾਤ ਰਹੇ ਇੱਕ ਸੀਨੀਅਰ ਅਧਿਕਾਰੀ ਦੀ ਭੂਮਿਕਾ, ਉਹ ਬੇਨਿਯਮੀਆਂ ਉਹ ਤਾਂ ਸਾਹਮਣੇ ਆਉਣ ਲੱਗ ਪਈਆਂ ਨੇ। ਤੇ ਇਹ ਵੀ ਪਤਾ ਲੱਗਿਆ ਕਿ ਉਹ ਅਧਿਕਾਰੀ ਆਪਣੇ ਬਚਾਅ ਦੇ ਵਾਸਤੇ ਹੱਥ ਪੈਰ ਵੀ ਮਾਰਨ ਲੱਗ ਪਿਆ। ਇਸੇ ਤਰ੍ਹਾਂ ਟਰਾਂਸਪੋਰਟ, ਦਿਹਾਤੀ ਵਿਕਾਸ ਤੇ ਪੰਚਾਇਤ, ਸਿਹਤ, ਇਹ ਜਿੰਨੇ ਵੀ ਵਿਭਾਗ ਨੇ, ਇਹਨਾਂ ਸਾਰੇ ਵਿਭਾਗਾਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਮਾਈਨਿੰਗ ਵਿਭਾਗ ਨਾਲ ਜੁੜੇ ਵਿਅਕਤੀਆਂ ਦੇ ਖਿਲਾਫ ਤਾਂ ਕਾਰਵਾਈ ਤੁਹਾਨੂੰ ਪਤਾ ਕਿ ਬੀਤੇ ਦਿਨੀ ਸ਼ੁਰੂ ਵੀ ਹੋ ਗਈ ਸੀ ਤੇ ਆਉਂਦੇ ਦਿਨਾਂ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਕਾਂਗਰਸ ਤੇ ਕੁਝ ਆਗੂਆਂ ਦੇ ਖਿਲਾਫ ਕਾਰਵਾਈ ਹੋਵੇਗੀ। ਇਸ ਗੱਲ ਦਾ ਇਸ਼ਾਰਾ ਕੱਲ ਜਲੰਧਰ ਦੇ ਵਿੱਚ ਪਹੁੰਚੇ ਹੋਏ ਸੀ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੇ ਦੌਰਾਨ ਕਈ ਤਿੱਖੇ ਨਿਸ਼ਾਨੇ ਵਿੰਨੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਵਿਰੋਧੀ ਧਿਰਾਂ ਇਸ ਗੱਲ ਨੂੰ ਪ੍ਰਚਾਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਸ ਵਕਤ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਉਹ ਕਹਿੰਦੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਆ ਗੈਂਗਸਟਰ ਆਏ ਨੇ, ਗੋਲੀਆਂ ਚੱਲ ਰਹੀਆਂ ਨੇ, ਕਤਲੋਗਾਰਤ ਹੋ ਰਹੀ ਹੈ, ਫਿਰੌਤੀਆਂ ਦੀ ਮੰਗ ਕਰ ਰਹੇ ਨੇ, ਕੀ ਭਗਵੰਤ ਮਾਨ ਇਹਨਾਂ ਨੂੰ ਹੋਕਾ ਦੇ ਕੇ ਲਿਆਇਆ, ਇਹਨਾਂ ਨੂੰ ਸੱਦਾ ਦੇ ਕੇ ਲਿਆਇਆ, ਜਾਂ ਇਹਦੇ ਨਾਲ ਆਏ ਨੇ? ਕੀ ਹਥਿਆਰ ਭਗਵੰਤ ਮਾਨ ਨੇ ਉਹਨਾਂ ਨੂੰ ਵੰਡੇ ਨੇ? ਤੇ ਦੂਸਰੀ ਗੱਲ, ਉਹਨਾਂ ਨੇ ਇੱਕੋ ਹੀ ਤੀਰ ਨਾਲ ਕਈ ਨਿਸ਼ਾਨੇ ਕਰ ਦਿੱਤੇ। ਉਹ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਪੰਜਾਬ ਨੂੰ। ਤੇ ਇਹ ਗੱਲ ਭਗਵੰਤ ਮਾਨ ਹੋਰਾਂ ਨੇ ਬੀਤੇ ਦਿਨੀ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ, ਕਿ ਆਪਣੇ ਸਿਹਤ ਮੰਤਰੀ ਨੂੰ ਅੰਦਰ ਦੇ ਕੇ ਸਿੱਧ ਕਰ ਦਿੱਤਾ ਸੀ ਕਿ ਬਚਣੇ ਬਾਕੀ ਵੀ ਨਹੀਂ, ਜਿਸ ਕਰਕੇ ਕਈਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸੰਗਤ ਸਿੰਘ ਗਿਲਜ਼ੀਆਂ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਆਏ ਸੀ ਸਿੱਧੂ ਮੂਸੇਵਾਲਾ ਦਾ ਅਫਸੋਸ ਕਰਨ ਵਾਸਤੇ, ਚੰਡੀਗੜ੍ਹ ਲੈਣ ਵਾਸਤੇ ਤਾਂ ਪਹੁੰਚੇ ਸੀ, ਪਰ ਕੰਨਾਵਾਟੀ ਕੁਰਰ ਹੋਇਆ ਕਿ ਤੁਹਾਡਾ FIR ਵਿੱਚ ਨਾਮ ਆ ਗਿਆ, ਮੁੜ ਕੇ ਪਤਾ ਹੀ ਨਹੀਂ ਉਸ ਦਿਨ ਤੋਂ ਚਲੇ ਕਿੱਥੇ ਗਏ। ਪਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ? ਸੱਚਮੁੱਚ ਜੇ ਤਾਂ ਇਹਨਾਂ ਲੋਕਾਂ ਨੇ ਬੇਨਿਯਮੀਆਂ ਕੀਤੀਆਂ ਨੇ ਤਾਂ ਇਹਨਾਂ ਦੇ ਚਿਹਰਿਆਂ ਤੋਂ ਨਕਾਬ ਲੱਥਣੇ ਚਾਹੀਦੇ ਆ। ਪਰ ਜਿਹੜਾ ਦੋਸ਼ੀ ਆ ਉਹ ਅੰਦਰ ਜਾਵੇ, ਜਿਹੜਾ ਦੋਸ਼ੀ ਨਹੀਂ ਉਹਨੂੰ ਖੱਜਲ ਨਾ ਕੀਤਾ ਜਾਵੇ। ਪਰ ਉਮੀਦ ਬਹੁਤ ਵੱਡੀ ਹੈ ਕਿ ਸੱਚਮੁੱਚ ਜਿਨ੍ਹਾਂ ਲੋਕਾਂ ਨੇ ਪੰਜਾਬ ਸੋਨੇ ਦੀ ਚਿੜੀ ਦੇ ਖੰਭ ਨੋਚੇ ਨੇ, ਤੇ ਇਸ ਵਕਤ ਉਹਨਾਂ ਦੇ ਖੰਭ ਨੋਚਣ ਦਾ ਵੇਲਾ ਆ ਗਿਆ ਹੈ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਵੱਡੀਆਂ ਖਬਰਾਂ ਮਿਲਦੀਆਂ ਨੇ। ਸੋ ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ,
ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।